ਜੈ ਮਸੀਹ ਦੀ ਪਿਆਰੇ ਦਰਸ਼ਕੋ, ਮਹਾਨ ਅਤੇ ਕਿਰਪਾਲੂ ਪਰਮੇਸ਼ਵਰ ਦਾ ਧੰਨਵਾਦ ਹੋ ਕਿ ਉਹਨੇ ਸਾਨੂੰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਿਛਲੇ ਕਈ ਦਿਨਾਂ ਤੋਂ ਪਰਮੇਸ਼ਵਰ ਦੀ ਕਿਰਪਾ ਬਾਰੇ ਚਰਚਾ ਕਰਦੇ ਆ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਪੌਲੁਸ ਦੇ ਮਨ ਫਿਰਾਉਣ ਬਾਰੇ ਚਰਚਾ ਕੀਤੀ ਸੀ ਕਿ ਕਿਵੇਂ ਉਹ ਪਰਮੇਸ਼ਵਰ ਦੀ ਕਿਰਪਾ ਦੁਆਰਾ ਫੜਿਆ ਗਿਆ ਅਤੇ ਫਿਰ ਇੱਕ ਮਹਾਨ ਮਿਸ਼ਨਰੀ ਬਣਿਆ, ਜਿਸ ਨੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਯਾਤਰਾਵਾਂ ਕੀਤੀਆਂ ਅਤੇ ਪਰਮੇਸ਼ਵਰ ਦੀ ਕਿਰਪਾ ਦਾ ਪ੍ਰਚਾਰ ਕੀਤਾ। ਪ੍ਰਭੂ ਯਿਸੂ ਤੋਂ ਮੁਕਤੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਪੌਲੁਸ ਦਾ ਜੀਵਨ ਆਸਾਨ ਨਹੀਂ ਰਿਹਾ। ਉਸਦੇ ਜੀਵਨ ਦੇ ਵਿੱਚ ਵੀ ਬਹੁਤ ਸਾਰੀ ਸਮੱਸਿਆ ਸੀ। ਆਓ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਖੀਏ ਕਿ ਪੌਲੁਸ ਆਪਣੇ ਜੀਵਨ ਦੇ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰਿਆ ਅਤੇ ਕਿਵੇਂ ਪਰਮੇਸ਼ਰ ਨੇ ਉਸ ਨੂੰ ਹਰ ਪ੍ਰਕਾਰ ਦੇ ਹਾਲਾਤਾਂ ਵਿੱਚ ਸੰਭਾਲ ਕੇ ਰੱਖਿਆ। सुन लवो साची बाणी, ये है यीशु दी कहानी, ये है यीशु दी कहानी। सुन लवो साची बाणी, सुन लवो साची बाणी। जग विच आया, प्यार महान वखाया। यीशु जग विच आया, प्यार महान वखाया। दिती सूली ते कुर्बानी, दिती सूली ते कुर्बानी। यीशु दी कहानी, सुन लवो साची बाणी, सुन लवो साची बाणी। पापा तो मुक्ति पालो, जीवन अपना बचा लो। पापा तो मुक्ति पालो, जीवन अपना बचा लो। कंडे लावेगी जिंदगानी, कंडे लावेगी जिंदगानी। ये है यीशु दी कहानी, सुन लवो साची बाणी, सुन लवो साची बाणी। ये है यीशु दी कहानी, ये है यीशु दी कहानी। सुन लवो साची बाणी, सुन लवो साची बाणी। ਜਦੋਂ ਲੋਕ
ਸਾਲੂਸ ਦੇ ਮਨ ਫਿਰੌਦ ਦੀ ਘਟਨਾ ਨੂੰ, ਉਹਦੀ ਵਿਆਖਿਆ ਨੂੰ ਕਰਦੇ ਹਨ ਅਤੇ ਦੱਸਦੇ ਹਨ ਕੀ ਕਰਦੇ ਹਨ। ਉਸ ਵਕਤ ਸਾਲੂਸ ਨੂੰ ਕੀ ਹੋਇਆ ਸੀ, ਤਦ ਉਹ ਭਿੰਨ-ਭਿੰਨ ਵਿਚਾਰ ਪੇਸ਼ ਕਰਦੇ ਹਨ। ਕੁਝ ਕਹਿੰਦੇ ਹਨ ਕਿ ਉਹ ਘੋੜੇ ਤੋਂ ਡਿੱਗ ਕੇ ਬਹੁਤ ਕ੍ਰੋਧਿਤ ਹੋ ਗਿਆ। ਕੁਝ ਆਖਦੇ ਹਨ ਕਿ ਸੂਰਜ ਦੀ ਚਮਕਦੀ ਧੁੱਪ ਅਤੇ ਦਮਸ਼ਕ ਦੀ ਸਫੇਦ ਇਮਾਰਤਾਂ ਦੀ ਚਮਕ ਨੇ ਉਸ ਨੂੰ ਅੰਨਾ ਕਰ ਦਿੱਤਾ ਸੀ। ਕੁਝ ਆਖਦੇ ਹਨ ਕਿ ਇਹ ਤਾਂ ਉਸ ਨੂੰ ਕੋਈ ਮਿਰਗੀ ਦਾ ਦੌਰਾ ਪਿਆ ਸੀ। ਇੱਕ ਪ੍ਰਸਿੱਧ ਪ੍ਰਚਾਰਕ ਨੇ ਹੱਸਦੇ ਆਖਿਆ ਸੀ ਕਿ ਕਿੰਨਾ ਬਰਕਤ ਵਾਲਾ ਉਹ ਮਿਰਗੀ ਦਾ ਦੌਰਾ ਹੋਵੇਗਾ ਜੋ ਇੱਕ ਵਿਅਕਤੀ ਦੇ ਜੀਵਨ ਵਿੱਚ ਇਹੋ ਜਿਹੀ ਤਬਦੀਲੀ ਲਿਆਉਂਦਾ ਹੈ। ਪਰ ਸਾਰੀਆਂ ਵਿਆਖਿਆਵਾਂ ਸਾਨੂੰ ਇਹ ਨਹੀਂ ਸਮਝਾਉਂਦੀਆਂ ਕਿ ਇਸ ਮਨੁੱਖ ਦਾ ਜੀਵਨ ਇੰਨਾ ਅਦਭੁਤ ਤਰੀਕੇ ਨਾਲ ਕਿਉਂ ਬਦਲ ਗਿਆ। ਪਰ ਸਿਰਫ ਜਦੋਂ ਆਪ ਇਹ ਸਮਝ ਲੈਂਦੇ ਹੋ ਕਿ ਪਰਮੇਸ਼ਰ ਦੀ ਸਾਮਰਥ ਉਸ ਉੱਤੇ ਆਈ ਅਤੇ ਪਰਮੇਸ਼ਰ ਦਾ ਆਤਮਾ ਉਸ ਦੇ ਅੰਦਰ ਵਾਸ ਕਰਨ ਲੱਗਾ ਅਤੇ ਉਹ ਇੱਕ ਨਵੀਂ ਸ੍ਰਿਸ਼ਟ ਬਣ ਗਿਆ ਸੀ। ਜਿਵੇਂ ਕਿ ਦੂਸਰਾ ਕਰੰਥੀਆਂ ਦੀ ਪੱਤਰੀ 5:17 ਵਚਨ ਸਾਨੂੰ ਦੱਸਦੇ ਹਨ, ਜੇ ਕੋਈ ਮਸੀਹ ਯਿਸੂ ਵਿੱਚ ਹੈ ਤੇ ਉਹ ਨਵੀਂ ਸ੍ਰਿਸ਼ਟੀ ਹੈ, ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਕੁਝ ਨਵਾਂ ਹੋ ਗਿਆ। ਉਹ ਪਰਮੇਸ਼ਰ ਦੀ ਕਿਰਪਾ ਦੀ ਸਾਮਰਥ ਦੁਆਰਾ ਹੋਰ ਸਰੂਪ ਵਿੱਚ ਬਦਲ ਗਿਆ ਸੀ ਅਤੇ ਜੋ ਕੁਝ ਉਹ ਬਣਿਆ ਸੀ ਉਸੇ ਤਰ੍ਹਾਂ ਬਣਦਾ ਚਲਾ ਗਿਆ। ਇੱਕ ਬਰਤਾਨੀਆ ਦਾ ਵਕੀਲ ਜਿਸ ਦਾ ਨਾਮ ਲੋਟਨ ਸੀ, ਜੋ ਸਾਲ ਪਲੂਸ ਦੇ ਮਨ ਫਿਰੌਦ ਦੇ ਵਰਤਾਓ ਨੂੰ ਬਾਈਬਲ ਵਿੱਚ ਪੜ੍ਹਦਾ ਰਿਹਾ ਕਿ ਉਹ ਇਸ ਨੂੰ ਗਲਤ ਸਿੱਧ ਕਰ ਸਕੇ। ਪਰ 2 ਸਾਲਾਂ ਤੋਂ ਬਾਅਦ ਉਹ ਇਸ ਸਿੱਟੇ ਤੇ ਪੁੱਜਾ ਕਿ ਸਾਲੂਸ ਦਾ ਮਨ ਫਿਰਾਉਣਾ ਇੰਨਾ ਸਪਸ਼ਟ ਇਤਿਹਾਸ ਸੀ ਕਿ ਸਿਰਫ ਇੱਕੋ ਹੀ ਇੱਕ ਐਸੇ ਅਨੁਭਵ ਦੇ ਦੁਆਰਾ ਉਹ ਮਸੀਹਤ ਦੀ ਅਸਲੀਅਤ ਨੂੰ ਸਿੱਧ ਕਰ ਸਕਿਆ। ਉਸ ਨੇ ਮਸੀਹ ਨੂੰ ਕਬੂਲ ਕੀਤਾ ਅਤੇ ਮਸੀਹ ਦੇ ਗਵਾਹ ਬਣ ਗਿਆ। ਇਸ ਤੋਂ ਬਾਅਦ ਅਸੀਂ ਸਾਲੂਸ ਦੇ ਮਨ ਪਰਿਵਰਤਨ ਬਾਰੇ ਗੌਰ ਕਰਦੇ ਹਾਂ। ਮਸੀਹ ਹੋਣ ਤੋਂ ਬਾਅਦ ਸਾਲੂਸ ਨੇ ਪ੍ਰਭੂ ਨੂੰ ਪਹਿਲਾ ਸਵਾਲ ਇਹ ਪੁੱਛਿਆ ਸੀ ਕਿ ਹੇ ਪ੍ਰਭੂ ਤੂੰ ਕੌਣ ਹੈ। ਸਾਲੂਸ ਨੇ ਇਹ ਜਾਣ ਲਿਆ ਸੀ ਕਿ ਪ੍ਰਭੂ ਕੌਣ ਸੀ। ਉਸ ਦਾ ਦੂਸਰਾ ਸਵਾਲ ਫਿਰ ਸੀ, ਤੂੰ ਕੀ ਚਾਹੁੰਦਾ ਹੈ ਜੋ ਮੈਂ ਕਰਾਂ। ਇਹ ਤਾਂ ਨੇਚਾ ਦੀ ਇੱਕ ਅੱਛੀ ਸ਼ੁਰੂਆਤ ਹੈ। ਮੈਂ ਕਿਵੇਂ ਤੇਰੀ ਸੇਵਾ ਕਰ ਸਕਦਾ ਹਾਂ, ਮੈਂ ਤੇਰੇ ਟਹਿਲ ਕਰਨ ਵਿੱਚ ਕਿਵੇਂ ਜੁਟ ਸਕਦਾ ਹਾਂ। ਬਾਕੀ ਸਭ ਇਸ ਰਸੂਲ ਦੇ ਕਰਤੱਵ ਦੀ ਪੁਸਤਕ ਵਿੱਚ ਇੱਕ ਮਹਾਨ ਕਹਾਣੀ ਵਜੋਂ ਸ਼ਾਮਿਲ ਹੈ। ਇਸ ਤੋਂ ਬਾਅਦ ਅਸੀਂ ਉਸ ਦੀ ਸਮਝ ਬਾਰੇ ਗੌਰ ਕਰਦੇ ਹਾਂ। ਰਸੂਲਾਂ ਦੇ ਕਰਤੱਵ 9:9 ਵਿੱਚ ਲਿਖਿਆ ਹੈ ਕਿ ਉਹ 3 ਦਿਨ ਅੰਨਾ ਹੀ ਰਿਹਾ ਅਤੇ ਨਾ ਕੁਝ ਖਾਧਾ ਨਾ ਕੁਝ ਪੀਤਾ। ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਇਹ ਸਭ ਸਾਲੂਸ ਦੇ ਇਸ ਫਿਰੌ ਨੂੰ ਉਸ ਦੇ ਅੰਦਰ ਇੰਨਾ ਜ਼ਿਆਦਾ ਸਮਾਂ ਜਾਣ ਲਿਆ ਪ੍ਰਭੂ ਨੇ ਕੀਤਾ ਸੀ ਕਿ ਉਹ ਕਦੇ ਵੀ ਇਸ ਨੂੰ ਭੁੱਲ ਨਾ ਸਕੇ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸਾਲੂਸ ਦਾ ਮਨ ਫਿਰੌ ਤੋਂ ਸਿੱਖਿਆ ਜਾਣ ਵਾਲੀਆਂ 2 ਗੱਲਾਂ ਆਪ ਨਾਲ ਵੰਡਣਾ ਚਾਹੁੰਦਾ ਹਾਂ। ਪਹਿਲੀ ਗੱਲ ਹੈ ਸਾਡੀ ਮੁਕਤੀ ਵਿੱਚ ਕਿਰਪਾ ਦੀ ਸ਼ਕਤੀ। ਮੈਂ ਆਪ ਨੂੰ ਇੱਕ ਸਵਾਲ ਕਰਦਾ ਹਾਂ, ਜੇਕਰ ਕੋਈ ਪਾਲੂਸ ਦੀ ਤਰ੍ਹਾਂ ਆਪ ਨੂੰ ਸਤਾ ਰਿਹਾ ਹੁੰਦਾ ਜਿਵੇਂ ਪਾਲੂਸ ਯਿਸੂ ਨੂੰ ਸਤਾ ਰਿਹਾ ਸੀ ਅਤੇ ਆਪ ਉਸ ਨੂੰ ਪਹਿਲੀ ਵਾਰ ਮਿਲੇ ਹੁੰਦੇ, ਤਦ ਆਪ ਦੀ ਪ੍ਰਤੀਕਿਰਿਆ ਕੀ ਹੋਣੀ ਸੀ। ਆਪ ਨੇ ਤਾਂ ਭੜਕ ਉੱਠਣਾ ਸੀ ਕਿ ਆਪ ਇਸ ਤਰ੍ਹਾਂ ਨਾ ਕਰਦੇ, ਪਰ ਇੱਥੇ ਇਸ ਤਰ੍ਹਾਂ ਨਹੀਂ ਸੀ ਹੋਇਆ, ਨਾ ਵਰਪਿਆ। ਜਦੋਂ ਸਾਲੂਸ ਨੇ ਯਿਸੂ ਨੂੰ ਦੇਖਿਆ ਦਮਸ਼ਕ ਤੇ ਰਾਹ ਜਾਂਦਿਆਂ, ਤਦ ਇਹ ਤਾਂ ਕਿਰਪਾ ਦਾ ਪਲ ਸੀ ਜਿਸ ਨੇ ਸਾਲੂਸ ਨੂੰ ਬਦਲ ਦਿੱਤਾ। ਇਸ ਪਲ ਨੇ ਉਸ ਨੂੰ ਕਦੇ ਵੀ ਨਹੀਂ ਸੀ ਛੱਡਿਆ। ਬਾਈਬਲ ਬਾਣੀ 2 ਭਾਗ ਇਸ ਨੂੰ ਦਰਸਾਉਂਦੇ ਹਨ। ਆਓ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ। ਪਹਿਲਾ, ਮੈਂ ਪਹਿਲੀ ਕਰੰਥੀਆਂ ਦੀ ਪੱਤਰੀ 15:9-10 ਐਤਾਂ ਵਿੱਚ, ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਯੋਗ ਨਹੀਂ, ਇਸ ਲਈ ਜੋ ਮੈਂ ਪਰਮੇਸ਼ਰ ਦੀ ਕਲੀਸਿਆ ਨੂੰ ਸਤਾਇਆ ਸੀ, ਪਰ ਮੈਂ ਜੋ ਕੁਝ ਹਾਂ ਪਰਮੇਸ਼ਰ ਦੀ ਕਿਰਪਾ ਹੀ ਨਾਲ ਹਾਂ ਅਤੇ ਉਹਦੀ ਕਿਰਪਾ ਜੋ ਮੇਰੇ ਉੱਤੇ ਹੋਈ ਸੋ ਅਕਰਥ ਨਹੀਂ ਹੋਈ। ਪਰ ਮੈਂ ਉਹਨਾਂ ਸਭਨਾਂ ਨਾਲੋਂ ਵਧੇਕ ਮਿਹਨਤ ਕੀਤੀ, ਪਰੰਤੂ ਮੈਂ ਤਾਂ ਨਹੀਂ, ਸਗੋਂ ਪਰਮੇਸ਼ਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ। ਕਿ ਆਪ ਨੇ ਇਹ ਪੜ੍ਹਿਆ ਹੈ, ਉਹ ਆਖ ਰਿਹਾ ਹੈ ਕਿ ਪਰਮੇਸ਼ਰ ਦੀ ਕਿਰਪਾ ਨਾਲ ਹੀ ਮੈਂ ਹਾਂ ਜੋ ਸੋ ਹਾਂ, ਕਿਉਂਕਿ ਉਸ ਦੀ ਕਿਰਪਾ ਮੇਰੇ ਪਾਪਾਂ ਨੂੰ ਢੱਕਣ ਲਈ ਕਾਫੀ ਸੀ। ਮੈਂ ਅੱਜ ਆਪ ਸਭ ਨੂੰ ਸੁਣ ਰਹੇ ਹੋ ਇਹ ਦੱਸਣਾ ਚਾਹੁੰਦਾ ਹਾਂ ਕਿ ਆਪ ਨੇ ਹੋ ਸਕਦਾ ਹੈ ਬਹੁਤ ਬੁਰੇ ਕੰਮ ਕੀਤੇ ਹੋਣ, ਜਿਸ ਕਰਕੇ ਆਪ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਨ ਦੀ ਯੋਗ ਨਹੀਂ ਹੋ। ਪਾਲੂਸ ਰਸੂਲ ਇਸ ਦਾ ਸੰਪੂਰਨ ਅਤੇ ਆਖਰੀ ਸਬੂਤ ਹੋ ਕਿ ਪਰਮੇਸ਼ਰ ਦੀ ਕਿਰਪਾ ਕਿਸੇ ਵੀ ਪਾਪ ਨੂੰ ਢੱਕਣ ਲਈ ਕਾਫੀ ਹੈ, ਭਾਵੇਂ ਇਹ ਕੁਝ ਵੀ ਹੋਵੇ। ਪਾਲੂਸ ਆਪਣੇ ਨੌਜਵਾਨ ਸਾਥੀ ਤਮੋਥੀਅਸ ਨੂੰ ਪਹਿਲਾ ਤਮੋਥੀਅਸ ਦੀ ਪੱਤਰੀ 1:12-15 ਐਤਾਂ ਵਿੱਚ ਇਸ ਤਰ੍ਹਾਂ ਆਖਦਾ ਸੀ, ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ, ਧੰਨਵਾਦ ਕਰਦਾ ਹਾਂ, ਇਸ ਲਈ ਜੋ ਉਹਨੇ ਮੈਨੂੰ ਮਤਵਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ। ਭਾਵੇਂ ਮੈਂ ਪਹਿਲਾਂ ਕੁਫਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੋਖੇਬਾਜ਼
ਪਰ ਮੇਰੇ ਉੱਤੇ ਰਹਿਮ ਹੋਇਆ, ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣੇ ਪੁਣੇ ਨਾਲ ਕੀਤਾ, ਅਤੇ ਸਾਡੇ ਪ੍ਰਭੂ ਦੀ ਕਿਰਪਾ, ਨੇਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਸੂ ਵਿੱਚ ਹੈ, ਅਤ ਕਨੇਰੀ ਹੋਈ। ਇਹ ਵਚਨ ਪੱਕਾ ਹੈ ਤੇ ਪੂਰੀ ਤਰ੍ਹਾਂ ਮੰਨਣਯੋਗ ਹੈ। ਭਾਈ ਮਸੀਹ ਯਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ, ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ। ਪਾਲੂਸ ਨੇ ਇਸ ਨੂੰ ਸਮਝ ਲਿਆ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਨੇ ਕਿਰਪਾ ਦੇ ਰਸੂਲ ਆਖਿਆ ਜਾਂਦਾ ਹੈ। ਉਸ ਨੂੰ ਇਹ ਅਨੁਭਵ ਖੁਦ ਹੀ ਕੀਤਾ ਸੀ। ਉਹ ਕਦੇ ਵੀ ਇਹ ਸੋਚਣ ਤੋਂ ਨਹੀਂ ਸੀ ਰੁਕਿਆ ਕਿ ਉਹ ਇਸ ਦਾ ਹੱਕਦਾਰ ਸੀ। ਉਸ ਨੇ ਹਮੇਸ਼ਾ ਹੀ ਇਹ ਸਮਝਿਆ ਸੀ ਕਿ ਪਰਮੇਸ਼ਰ ਦੀ ਕਿਰਪਾ ਕਾਫੀ ਸੀ। ਪਰ ਉਸ ਨੇ ਇਹ ਵਿਸ਼ਵਾਸ ਕੀਤਾ ਸੀ ਕਿ ਉਹ ਠੀਕ ਉਸੇ ਤਰ੍ਹਾਂ ਦਾ ਵਿਅਕਤੀ ਸੀ ਜਿਸ ਨੂੰ ਬਚਾਉਣ ਲਈ ਮਸੀਹ ਜਗਤ ਵਿੱਚ ਆਇਆ ਸੀ। ਯਸੂ ਨੇ ਲੂਕਾ ਦੀ ਅੰਜੀਲ 19:10 ਵਿੱਚ ਜਦੋਂ ਉਹ ਜਕਈ ਨਾਲ ਗੱਲ ਕਰ ਰਿਹਾ ਸੀ, ਤਦ ਯਸੂ ਨੇ ਆਖਿਆ ਸੀ, ਮਨੁੱਖ ਦਾ ਪੁੱਤਰ ਗੁਆਚਿਆ ਹੋਇਆ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ। ਉਹ ਭਾਲਣ ਵਾਲਾ ਹੈ। ਕਿ ਆਪ ਜਾਣਦੇ ਹੋ ਕਿ ਅਕਸਰ ਕਠਿਨ ਸਮੇਂ ਉਹ ਵਸੀਲੇ ਹਨ ਜਿਨ੍ਹਾਂ ਦੇ ਰਾਹੀਂ ਪਰਮੇਸ਼ਰ ਸਾਨੂੰ ਆਪਣੇ ਆਪ ਨਾਲ ਲਿਆਉਂਦਾ ਹੈ। ਉਹ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਅਸੀਂ ਜੀਵਨ ਅਤੇ ਅਬਦੀ ਕਾਲ ਲਈ ਕਿੰਨੇ ਨਾਕਾਫੀ ਹਾਂ, ਅਤੇ ਉਹਨਾਂ ਪਲਾਂ ਦੇ ਰਾਹੀਂ ਉਹ ਸਾਨੂੰ ਵਾਪਸ ਲਿਆਉਂਦਾ ਹੈ। ਫਿਰ ਅਸੀਂ ਉਸ ਨੂੰ ਕਬੂਲ ਕਰਦੇ ਹਾਂ। ਕੋਈ ਵੀ ਪ੍ਰਚਾਰਕ ਜਾਂ ਵਿਸ਼ਵਾਸੀ ਲੋਕਾਂ ਨੂੰ ਪਾਲਣ ਵਾਲਾ ਨਹੀਂ, ਕਿਉਂਕਿ ਰੋਮੀਓ 3:11 ਦੇ ਵਚਨ ਹਨ ਕਿ ਕੋਈ ਪਰਮੇਸ਼ਰ ਦਾ ਤਾਲਬ ਨਹੀਂ। ਮੈਂ ਇਹ ਸਿੱਖ ਲਿਆ ਹੈ ਕਿ ਯਸੂ ਪਾਲਣ ਵਾਲਾ ਹੈ। ਉਹੀ ਹੈ ਪਾਲਣ ਵਾਲਾ। ਯਸੂ ਮੇਰਾ ਦੋਸਤ ਅਤੇ ਮੈਂ ਪਾਲਣ ਵਾਲਾ ਹਾਂ। ਉਹੀ ਹੀ ਪਾਲਣ ਵਾਲਾ ਹੈ। ਯਸੂ ਮੇਰਾ ਦੋਸਤ ਅਤੇ ਮੈਂ ਪਾਲਣ ਵਾਲੇ ਦਾ ਦੋਸਤ ਹਾਂ। ਆਪ ਵਿੱਚ ਕਿੰਨੇ ਕੁ ਪਾਲਣ ਵਾਲੇ ਦੇ ਦੋਸਤ ਹਨ? ਆਮੀਨ। ਜੀ ਹਾਂ, ਮੈਂ ਬਚਾਉਣ ਲਈ ਪਾਲਣ ਵਾਲਾ ਬਾਰੇ ਭਾਵੁਕ ਹਾਂ, ਕਿਉਂਕਿ ਜੋ ਕੁਝ ਵੀ ਉਹ ਆਖਦਾ ਹੈ, ਜੋ ਕੁਝ ਵੀ ਉਹ ਚਾਹੁੰਦਾ ਹੈ, ਉਹੀ ਹੀ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਹ ਤਾਂ ਇਸ ਤੋਂ ਵੀ ਵੱਧ ਕੇ ਮੈਨੂੰ ਚਲਾਉਣ ਵਾਲਾ ਹੈ। ਜਦੋਂ ਮੈਂ ਸਵੇਰੇ ਉੱਠਦਾ ਹਾਂ ਤਦ ਮੈਂ ਇਹ ਪਛਾਣ ਲੈਂਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ ਵੀ ਇਹ ਕਰਨ ਲਈ ਬੁਲਾਇਆ ਹੈ। ਇਸ ਤਰ੍ਹਾਂ ਮੈਂ ਉਸ ਦੀ ਸੇਵਾ ਕਰਨ ਲਈ ਚਲਿਆ ਜਾਂਦਾ ਹਾਂ। ਦੂਸਰੀ ਗੱਲ ਸਮਝਣ ਵਾਲੀ ਇਹ ਹੈ ਕਿ ਸਾਡੀ ਮੁਕਤੀ ਲਈ ਪਰਮੇਸ਼ਰ ਹੀ ਪਿੱਛਾ ਕਰਨ ਵਾਲਾ ਹੈ। ਉਹੀ ਹੈ ਜੋ ਸਾਡੇ ਪਿੱਛੇ ਪੈ ਕੇ ਸਾਨੂੰ ਭਾਲਦਾ ਹੈ। ਅੱਜ ਆਪ ਇੱਕ ਪਾਲਣ ਵਾਲੇ ਹੋਣ ਕਰਕੇ ਇਹ ਨਹੀਂ ਸੁਣ ਰਹੇ। ਆਪ ਤਾਂ ਇਸ ਕਰਕੇ ਸੁਣ ਰਹੇ ਹੋ ਕਿਉਂਕਿ ਪਾਲਣ ਵਾਲੇ ਨੇ ਆਪ ਨੂੰ ਇਹ ਸਭ ਸੁਣਾਉਣ ਦਾ ਇੰਤਜ਼ਾਮ ਕੀਤਾ ਹੈ। ਆਪ ਦਾ ਕੋਈ ਵੀ ਪਾਪ ਆਪ ਨੂੰ ਉਸ ਦੀ ਕਿਰਪਾ ਤੋਂ ਦੂਰ ਨਹੀਂ ਕਰ ਸਕਦਾ। ਪਰਮੇਸ਼ਰ ਨੂੰ ਪਾਲਣ ਵਾਲੀ ਕੋਈ ਚੀਜ਼ ਨਹੀਂ। ਇਹ ਤਾਂ ਪਰਮੇਸ਼ਰ ਹੀ ਹੈ ਜੋ ਮਨੁੱਖ ਨੂੰ ਪਾਲਦਾ ਹੈ। ਸਰੋਤਾ ਦੋਸਤੋ, ਅੱਜ ਅਸੀਂ ਬਾਈਬਲ ਬਾਣੀ ਵਿੱਚ ਦੂਸਰਾ ਕਰੰਥੀਆਂ ਦੀ ਪੱਤਰੀ 4:7 ਅਤੇ 11, 12:7 ਅਤੇ 10 ਐਤਾਂ ਉੱਤੇ ਆਧਾਰਿਤ ਕਿਰਪਾ ਦੇ ਉਲਝਾਉਣ ਵਾਲੇ ਵਿਰੋਧਬਾਸ ਬਾਰੇ ਗੌਰ ਕਰਾਂਗੇ। ਅਸੀਂ ਕਿਰਪਾ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ। ਸਾਡੀ ਗੱਲਬਾਤ ਮਹਾਨ ਮਸੀਹ ਭਜਨਕਾਰ ਜੌਨ ਨਿਊਟਨ ਦੇ ਮਹਾਨ ਭਜਨ ਅਮੇਜ਼ਿੰਗ ਗ੍ਰੇਸ ਉੱਤੇ ਆਧਾਰਿਤ ਉਸ ਦੇ ਕਿਰਪਾ ਬਾਰੇ ਵਿਚਾਰ ਨਾਲ ਜੁੜੀ ਹੋਈ ਹੈ। ਅਸੀਂ ਇਹ ਵੇਖ ਚੁੱਕੇ ਹਾਂ ਕਿ ਉਸ ਦੇ ਇਸ ਮਹਾਨ ਭਜਨ ਦੀ ਹਰੇਕ ਲਾਈਨ ਨਵੇਂ ਨੇਮ ਵਿੱਚ ਪ੍ਰਕਾਸ਼ਿਤ ਪਰਮੇਸ਼ਰ ਦੀ ਕਿਰਪਾ ਦੇ ਭੇਤ ਨਾਲ ਜੁੜੀ ਹੋਈ ਹੈ। ਭਾਵ ਮੈਂ ਹੁਣ ਤੱਕ ਬਹੁਤ ਖਤਰਿਆਂ, ਮਿਹਨਤਾਂ ਅਤੇ ਭੈਆਂ ਵਿੱਚ ਗੁਜ਼ਰ ਚੁੱਕਾ ਹਾਂ। ਆਪ ਵਿੱਚੋਂ ਕਿੰਨੇ ਕੁ ਲੋਕ ਇਸ ਤਰ੍ਹਾਂ ਆਖ ਸਕਦੇ ਹਨ ਕਿ ਇਹ ਕਿਸੇ ਨੂੰ ਪਸੰਦ ਹੈ? ਜੌਨ ਨਿਊਟਨ ਇਹ ਲਿਖਦੇ ਵਕਤ ਜਾਣਦਾ ਸੀ ਕਿ ਉਹ ਕੀ ਗੱਲ ਕਰ ਰਿਹਾ ਸੀ, ਕਿਉਂਕਿ ਇਸ ਮਨੁੱਖ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਉਹ ਲਗਾਤਾਰ ਮੌਤ ਤੋਂ ਬਚਦਾ ਆ ਰਿਹਾ ਸੀ। ਹਰ ਵਾਰ ਜਦੋਂ ਵੀ ਉਸ ਨੇ ਪਿੱਛੇ ਘੁੰਮ ਕੇ ਵੇਖਿਆ ਸੀ ਤਦ ਆਪਣੇ ਆਪ ਨੂੰ ਮੌਤ ਦੇ ਕਰੀਬ ਪਾਇਆ ਸੀ। ਇਸ ਨੇ ਉਸ ਨੂੰ ਇਹ ਅਹਿਸਾਸ ਕਰਾਇਆ ਸੀ ਕਿ ਉਸ ਦੇ ਜੀਵਨ ਵਿੱਚ ਕੁਝ ਨਾ ਕੁਝ ਅਜਿਹਾ ਵਰਪਰਿਆ ਸੀ ਜੋ ਖਾਸ ਸੀ, ਅਤੇ ਇਹ ਕਿ ਇਹ ਸਭ ਤੋਂ ਉਸ ਨੂੰ ਦੀ ਰੱਖਿਆ ਕੀਤੀ ਜਾ ਰਹੀ ਸੀ। ਇੱਕ ਵਾਰ ਉਸ ਨੂੰ ਇੱਕ ਗੋਲੀ ਦਾ ਨਿਸ਼ਾਨਾ ਲਗਾਉਣ ਵਾਲੀ ਟੋਲੀ ਨਾਲ ਭੇਜਿਆ ਸੀ। ਜਦੋਂ ਉਸ ਦੀ ਬੰਦੂਕ ਵਿੱਚੋਂ ਬਿਨਾਂ ਜਾਣੇ ਕਿ ਇਸ ਵਿੱਚ ਕਾਰਤੂਸ ਪਹਿਲਾਂ ਹੀ ਸੀ, ਗਲਤੀ ਨਾਲ ਗੋਲੀ ਚੱਲ ਗਈ ਅਤੇ ਇਹ ਉਸ ਦੇ ਸਿਰ ਉੱਤੇ ਪਹਿਨੀ ਹੋਈ ਟੋਪੀ ਵਿੱਚੋਂ ਗੁਜ਼ਰ ਗਈ ਸੀ। ਉਹ ਬਹੁਤ ਡਰ ਗਿਆ ਸੀ। ਇੱਕ ਹੋਰ ਮੌਕੇ ਤੇ ਜਦੋਂ ਉਹ ਚੱਪੂ ਨਾਲ ਚਲਾਉਣ ਵਾਲੀ ਕਿਸ਼ਤੀ ਰਾਹੀਂ ਇੱਕ ਦਰਿਆ ਨੂੰ ਲਿਬਰੀਆ ਵਿੱਚੋਂ ਪਾਰ ਕਰਨ ਵਾਲਾ ਸੀ, ਤਦ ਉਹਨਾਂ ਦੀ ਟੋਲੀ ਦੇ ਆਗੂ ਨੇ ਆਖਰੀ ਸਮੇਂ ਉੱਤੇ ਉਸ ਨੂੰ ਕਿਸ਼ਤੀ ਵਿੱਚੋਂ ਉਤਾਰ ਕੇ ਕਿਸੇ ਹੋਰ ਨੂੰ ਭੇਜਿਆ ਜੋ ਦਰਿਆ ਪਾਰ ਕਰਦੇ ਵਕਤ ਡੁੱਬ ਕੇ ਮਰ ਗਿਆ ਸੀ। ਉਹ ਸੋਚਦਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਹੁਣ ਬਸ ਜੋ ਇਸ ਪ੍ਰੋਗਰਾਮ ਨੂੰ ਸੁਣਦੇ ਆ ਰਹੇ ਹਨ, ਆਪ ਨੂੰ ਇਹ ਜਾਣ ਲਿਆ ਹੈ ਕਿ ਇਸ ਤਰ੍ਹਾਂ ਜਾਪਦਾ ਸੀ ਕਿ ਦੂਸਰਿਆਂ ਨੂੰ ਮੁਸੀਬਤ ਵਿੱਚ ਪਾਉਣ ਨਾਲ ਉਸ ਨੂੰ ਆਨੰਦ ਮਿਲਦਾ ਸੀ। ਉਸ ਦੇ ਜੀਵਨ ਦੇ ਇਤਿਹਾਸ ਵਿੱਚ ਇਹੋ ਜਿਹੀਆਂ ਕਈ ਕਹਾਣੀਆਂ ਹਨ।
ਇਸੇ ਕਰਕੇ ਉਹ ਬੜੀ ਇਮਾਨਦਾਰੀ ਨਾਲ ਲਿਖਦਾ ਹੈ ਕਿ ਮੈਂ ਪਹਿਲਾਂ ਹੀ ਕਈ ਖਤਰਿਆਂ, ਮਿਹਨਤਾਂ ਅਤੇ ਭੈਆਂ ਵਿੱਚ ਗੁਜ਼ਰ ਚੁੱਕਾ ਹਾਂ। ਪਰ ਪੌਲੁਸ ਰਸੂਲ ਦੇ ਜੀਵਨ ਦੀ ਤੁਲਨਾ ਵਿੱਚ ਇਹ ਕੁਝ ਵੀ ਨਹੀਂ ਹੈ। ਪੌਲੁਸ ਰਸੂਲ ਦੀ ਜ਼ਿੰਦਗੀ ਲਗਾਤਾਰ ਭੋਜਲਾਂ ਵਿੱਚ ਹੀ ਗੁਜ਼ਰੀ ਸੀ। ਰਸੂਲਾਂ ਦੇ ਕਿਤਾਬ ਦੀ ਪੁਸਤਕ ਵਿੱਚ ਅਸੀਂ ਬਾਰ-ਬਾਰ ਇਹ ਪੜ੍ਹਦੇ ਹਾਂ ਕਿ ਉਸ ਨੂੰ ਬਾਰ-ਬਾਰ ਮਾਰਿਆ ਕੁੱਟਿਆ ਗਿਆ। ਇੱਕ ਵਾਰ ਤਾਂ ਉਸ ਨੂੰ ਕਰੀਬ-ਕਰੀਬ ਮਾਰ ਕੇ ਸ਼ਹਿਰੋਂ ਬਾਹਰ ਸਿੱਟ ਦਿੱਤਾ ਗਿਆ ਸੀ। ਉਹ ਹਮੇਸ਼ਾ ਹੀ ਮੁਸੀਬਤਾਂ ਵਿੱਚ ਸੀ। ਜਿੱਥੇ ਵੀ ਉਹ ਗਿਆ, ਕੋਈ ਨਾ ਕੋਈ ਉਹਨੂੰ ਪਕੜ ਕੇ ਜੇਲ੍ਹ ਵਿੱਚ ਪਾਉਣ ਲਈ ਇੰਤਜ਼ਾਰ ਕਰਦਾ ਹੁੰਦਾ ਸੀ। ਮੈਂ ਇਸ ਨਾਲ ਸੰਬੰਧਿਤ ਇੱਕ ਕਹਾਣੀ ਆਪ ਨੂੰ ਦੱਸਣੀ ਚਾਹੁੰਦਾ ਹਾਂ। ਇੱਕ ਵਾਰ ਮੈਂ ਬਿਮਾਰ ਪੈ ਗਿਆ ਅਤੇ ਹਸਪਤਾਲ ਵਿੱਚ ਦਾਖਲ ਸੀ। ਇੱਕ ਦਿਨ ਕਿਸੇ ਹੋਰ ਬਿਮਾਰ ਦੇ ਮਰੀਜ਼ ਨੇ ਮੈਨੂੰ ਜਲਦੀ ਰਾਜੀ ਹੋਣ ਦੀ ਕਾਮਨਾ ਰੱਖਣ ਵਾਲਾ ਕਾਰਡ ਭੇਜਿਆ। ਇਸ ਉੱਤੇ ਦੂਸਰਾ ਕਰੰਥੀਆਂ ਦੀ ਪੱਤਰੀ 11 ਅਧਿਆਏ 23 ਵਚਨ ਤੋਂ ਲੈ ਕੇ 30 ਐਤਾਂ ਦੇ ਵਚਨ ਲਿਖੇ ਹੋਏ ਸਨ। ਮੈਂ ਬੇਸੁੱਧ ਵਾਂਗੂ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਾਰੀ। ਮੈਂ 5 ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ 40 ਕੋੜੇ ਖਾਧੇ, 3 ਵਾਰ ਬੈਤਾਂ ਦੀ ਮਾਰ ਖਾਧੀ, 1 ਵਾਰ ਪਥਰਾਅ ਹੋਇਆ, 3 ਬੇੜਿਆਂ ਦੇ ਗਰਕਣ ਤੋਂ ਦੁੱਖ ਭੋਗਿਆ, 1 ਵਾਰ ਦਿਨ ਸਮੁੰਦਰ ਵਿੱਚ ਕੱਟਿਆ, ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਵਿੱਚ, ਭੋਜਲਾਂ ਵਿੱਚ, ਡਾਕੂਆਂ ਦੀਆਂ ਭੋਜਲਾਂ ਵਿੱਚ, ਆਪਣੀ ਕੌਮ ਵੱਲੋਂ ਭੋਜਲਾਂ ਵਿੱਚ, ਪਾਈਆਂ ਭੋਜਲਾਂ ਵਿੱਚ, ਪਰਾਈਆਂ ਕੌਮਾਂ ਵਿੱਚ, ਨਗਰ ਨਗਰ ਭੋਜਲਾਂ ਵਿੱਚ, ਮੈਂ ਉਜਾੜ ਦੀਆਂ ਪੌਜਗਾਰਾਂ ਵਿੱਚ, ਸਮੁੰਦਰ ਦੀਆਂ ਭੋਜਲਾਂ ਵਿੱਚ, ਖੋਟੇ ਭਰਾਵਾਂ ਦੀਆਂ ਭੋਜਲਾਂ ਵਿੱਚ, ਮਿਹਨਤਾਂ ਪ੍ਰੋਰਿਆਂ ਵਿੱਚ, ਕਈ ਵਾਰ ਉਣਿੰਦਿਆਂ ਵਿੱਚ, ਭੁੱਖਾਂ ਅਤੇ ਤ੍ਰੇਹ ਵਿੱਚ, ਕਈ ਵਾਰ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ। ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਆਂ ਦੀਆਂ ਚਿੰਤਾ ਮੈਨੂੰ ਰੋਜ਼ ਆਉਣ ਦਬਾਉਂਦੀਆਂ ਹਨ। ਜੇ ਅਭਿਮਾਨ ਕਰਨਾ ਵੀ ਮੈਂ ਚਾਹਾਂ ਤਾਂ ਮੈਂ ਕਿਸੇ ਗੱਲ ਉੱਤੇ ਅਭਿਮਾਨ ਨਹੀਂ ਕਰਾਂਗਾ। ਇਹੋ ਹੀ ਸਾਰਾ ਇਸ ਕਾਰਡ ਦੇ ਉੱਤੇ ਬਾਹਰ ਆਮਣੇ ਸਾਹਮਣੇ ਲਿਖਿਆ ਹੋਇਆ ਸੀ ਅਤੇ ਇਸ ਦੇ ਅੰਦਰ ਇਹ ਲਿਖਿਆ ਹੋਇਆ ਸੀ ਕਿ ਤੇਰਾ ਕੀ ਹਾਲ ਚਾਲ ਹੈ। ਮੈਂ ਆਪ ਨੂੰ ਦੱਸ ਦੇਵਾਂ, ਜਦੋਂ ਮੈਂ ਹਸਪਤਾਲ ਵਿੱਚ ਦਾਖਲ ਸੀ ਉਦੋਂ ਤੋਂ ਹੀ ਇੱਕ ਮੈਨੂੰ ਮਿਲੇ ਇਸੇ ਸਾਰੇ ਕਾਰਡ ਵਿੱਚ ਵੱਧ ਤਰੋ-ਤਾਜ਼ਾ ਕਰਨ ਵਾਲਾ ਕਾਰਡ ਸੀ, ਕਿਉਂਕਿ ਉਹਨਾਂ ਸਾਰੀਆਂ ਸਮੱਸਿਆ ਨੂੰ ਜੋ ਪੌਲੁਸ ਨੇ ਝੱਲੀਆਂ ਹਨ ਪੜ੍ਹਨ ਤੋਂ ਬਾਅਦ ਮੈਂ ਇੱਕਦਮ ਬਿਹਤਰ ਮਹਿਸੂਸ ਕੀਤਾ, ਕਿਉਂਕਿ ਪੌਲੁਸ ਸੱਚਮੁੱਚ ਇਹ ਸਭ ਵਿੱਚ ਗੁਜ਼ਰਿਆ ਸੀ। ਕਿਸੇ ਨੇ ਇੱਕ ਵਾਰ ਮੈਨੂੰ ਆਖਿਆ ਸੀ ਕਿ ਆਪ ਜਾਂ ਤਾਂ ਮੁਸੀਬਤ ਵੱਲ ਵੱਧ ਰਹੇ ਹੋ ਜਾਂ ਫਿਰ ਪਹਿਲਾਂ ਹੀ ਮੁਸੀਬਤ ਵਿੱਚ ਪਏ ਹੋਏ ਹੋ ਜਾਂ ਫਿਰ ਮੁਸੀਬਤਾਂ ਵਿੱਚੋਂ ਬਾਹਰ ਨਿਕਲ ਰਹੇ ਹੋ। ਮੈਂ ਜਾਣਦਾ ਹਾਂ ਕਿ ਅੱਜ ਆਪ ਕਲੀਸਿਆ ਵਿੱਚ ਇਹ ਸਭ ਸੁਣਨ ਨੂੰ ਨਹੀਂ ਆ ਰਹੇ। ਮੈਨੂੰ ਇਮਾਨਦਾਰੀ ਨਾਲ ਆਪ ਨੂੰ ਇਹ ਸਭ ਕੁਝ ਦੱਸਣਾ ਪੈ ਰਿਹਾ ਹੈ। ਮੁਸੀਬਤ ਜੀਵਨ ਦਾ ਇੱਕ ਹਿੱਸਾ ਹੈ। ਇੱਕ ਬੜੀ ਨਿਰਾਸ਼ ਹੋਣ ਵਾਲੀ ਗੱਲ ਹੁੰਦੀ ਹੈ ਜਦੋਂ ਲੋਕ ਇਸ ਤੋਂ ਕਿਨਾਰਾ ਕਰਦਿਆਂ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਕਲੀਸਿਆ ਇੱਕ ਇਹੋ ਜਿਹਾ ਸਥਾਨ ਹੋਣਾ ਚਾਹੁੰਦੀ ਹੈ ਜਿੱਥੇ ਅਸੀਂ ਮੁਸੀਬਤ ਨਾਲ ਨਿਪਟਣਾ ਸਿੱਖਦੇ ਹਾਂ। ਪਰ ਕਈ ਕਲੀਸਿਆ ਹਨ ਜੋ ਇਸ ਤਰ੍ਹਾਂ ਕਾਰਜ ਕਰਦੀਆਂ ਹਨ ਜਿਵੇਂ ਕਿ ਮਸੀਹ ਲੋਕਾਂ ਲਈ ਮੁਸੀਬਤ ਕੋਈ ਅਣਜਾਣੀ ਚੀਜ਼ ਹੋਵੇ। ਉਹ ਆਖਦੇ ਹਨ ਕਿ ਜੇਕਰ ਮੁਸੀਬਤ ਵਿੱਚ ਹੈ ਤਦ ਜ਼ਰੂਰੀ ਹੈ ਕਿ ਆਪ ਵਿੱਚ ਕੋਈ ਖਰਾਬੀ ਹੋਵੇ। ਨਹੀਂ, ਆਪ ਵਿੱਚ ਕੋਈ ਖਰਾਬੀ ਨਹੀਂ ਹੈ। ਇੱਕੋ ਹੀ ਖਰਾਬੀ ਆਪ ਵਿੱਚ ਜੋ ਹੈ ਕਿ ਆਪ ਮੁਸੀਬਤ ਵਿੱਚ ਹੋ ਤਦ ਇਹੀ ਇਨਸਾਨ ਤੋਂ ਹੈ। ਇਹ ਮਨੁੱਖੀ ਹਾਲਤ ਦੇ ਨਾਲ ਜੁੜੀ ਹੋਈ ਹੈ। ਅਸੀਂ ਜੋ ਵੀ ਹਾਂ ਇਹ ਉਸੇ ਦਾ ਇੱਕ ਹਿੱਸਾ ਹੈ। ਸਭ ਤੋਂ ਪਹਿਲੀ ਜਿਸ ਬਾਰੇ ਅਸੀਂ ਗੌਰ ਕਰਾਂਗੇ ਉਹ ਇਹ ਹੈ ਕਿ ਮਸੀਹ ਜੀਵਨ ਲਈ ਕਿਰਪਾ ਲੋੜੀਂਦੀ ਹੈ। ਦੂਸਰਾ ਕਰੰਥੀਆਂ ਦੀ ਪੱਤਰੀ 4 ਅਧਿਆਏ 7 ਤੇ 9 ਐਤਾਂ ਦੇ ਵਚਨ ਹਨ ਇਸ ਪ੍ਰਕਾਰ, ਪਰ ਇਹ ਖਜ਼ਾਨਾ ਸਾਡੇ ਕੋਲ ਮਿੱਟੀ ਦਿਆਂ ਭਾਂਡਿਆਂ ਵਿੱਚ ਹੈ ਤਾਂ ਜੋ ਇਸ ਸਮਰੱਥਾ ਦੇ ਅਤ ਵੱਡੇ ਮਹੱਤਵ ਪਰਮੇਸ਼ਰ ਦੀ ਵੱਲੋਂ ਨਾ ਸਾਡੀ ਵੱਲੋਂ। ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬੋਧਾ ਵਿੱਚ ਹਾਂ ਪਰ ਹੱਦੋਂ ਬਾਹਰ ਨਹੀਂ, ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ। ਇਸ ਤੋਂ ਪਹਿਲੀ ਐਤ ਵਿੱਚ ਪੌਲੁਸ ਮਸੀਹ ਦੇ ਦੇਹਧਾਰੀ ਹੋਣ ਦੀ ਗੱਲ ਕਰਦਾ। ਇਹ ਲਿਖਦਾ ਹੈ ਕਿ ਕਿਵੇਂ ਸਰਵਸ਼ਕਤੀਮਾਨ ਪਰਮੇਸ਼ਰ ਨੇ ਕਿਸ ਤਰ੍ਹਾਂ ਆਪਣੇ ਭੇਸ ਨੂੰ ਯਿਸੂ ਦੀ ਦੇਹ ਵਿੱਚ ਸਮਾਈ ਰੱਖਿਆ ਸੀ। ਅਸੀਂ ਜਾਣਦੇ ਹਾਂ ਕਿ ਮਸੀਹ ਦਾ ਦੇਹਧਾਰੀ ਹੋਣਾ ਇੱਕ ਬਹੁਤ ਸ਼ਾਨਦਾਰ ਗੱਲ ਹੈ। ਪੌਲੁਸ ਆਖਦਾ ਹੈ ਕਿ ਇਹ ਪਰਮੇਸ਼ਰ ਬਾਰੇ ਸੱਚ ਹੈ ਪਰ ਇਹ ਤਾਂ ਸਾਡੇ ਬਾਰੇ ਵੀ ਸੱਚ ਹੀ ਹੈ। ਉਹ ਆਖਦਾ ਹੈ ਕਿ ਅੱਜ ਇਹ ਸੇਵਾ ਸਾਡੇ ਕੋਲ ਹੈ ਜੋ ਸੇਵਾ ਪਰਮੇਸ਼ਰ ਨੇ ਸਾਨੂੰ ਬਖਸ਼ੀ ਹੈ। ਇਹ ਮਿੱਟੀ ਦੇ ਭਾਂਡਿਆਂ ਵਿੱਚ ਰੱਖਿਆ ਇੱਕ ਖਜ਼ਾਨਾ ਹੈ
ਅਸੀਂ ਤਾਂ ਬਸ ਕੁਝ ਤਰੀਕਿਆਂ ਨਾਲ ਮਸੀਹ ਵਰਗੇ ਹੀ ਹਾਂ, ਜਿਸ ਦੇ ਅੰਦਰ ਪਰਮੇਸ਼ਰ ਹੈ। ਅਸੀਂ ਮਨੁੱਖੀ ਪ੍ਰਾਣੀ ਹਾਂ ਅਤੇ ਪਰਮੇਸ਼ਰ ਸਾਡੇ ਅੰਦਰ ਹੈ। ਜਦੋਂ ਅਸੀਂ ਮਸੀਹ ਬਣ ਜਾਂਦੇ ਹਨ, ਤਦ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਵਾਸ ਕਰਨ ਲਈ ਆਉਂਦਾ ਹੈ। ਇਹ ਤਾਂ ਇੱਕ ਬਹੁਤ ਹੀ ਅਦਭੁਤ ਗੱਲ ਹੈ। ਆਪ ਦੀ ਦੇਹ ਇੱਕ ਮਿੱਟੀ ਦਾ ਭਾਂਡਾ ਹੈ। ਇਹ ਤਾਂ ਕੋਈ ਜ਼ਿਆਦਾ ਦਿਲਾਸਾ ਦੇਣ ਵਾਲੀ ਗੱਲ ਨਹੀਂ ਹੈ, ਪਰ ਇਹ ਸੱਚ ਹੈ ਕਿ ਇਹ ਸੋਚ ਨਹੀਂ, ਅਸੀਂ ਨਾਜ਼ੁਕ ਜਿਹੇ ਇਨਸਾਨ ਹੀ ਹਾਂ ਅਤੇ ਇਹ ਸਰੀਰ ਨਾਸ਼ਵਾਨ ਹੈ, ਅਤੇ ਫਿਰ ਵੀ ਪਰਮੇਸ਼ਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਦੀ ਅਬਦੀ ਸ਼ਖਸੀਅਤ ਨੂੰ ਲੈ ਕੇ ਅਤੇ ਪਵਿੱਤਰ ਆਤਮਾ ਦੇ ਇਸ ਖਜ਼ਾਨੇ ਨੂੰ ਇੱਕ ਮਿੱਟੀ ਦੇ ਭਾਂਡੇ ਦੇ ਅੰਦਰ ਰੱਖਿਆ ਹੈ। ਨਵੇਂ ਨੇਮ ਦੇ ਜ਼ਮਾਨੇ ਦੇ ਦੌਰਾਨ ਇਹ ਮਿੱਟੀ ਦੇ ਭਾਂਡੇ ਬਹੁਤ ਸਸਤੇ ਅਤੇ ਹਰ ਥਾਂ ਖਰੀਦੇ ਜਾਂਦੇ ਸਨ, ਪਰ ਉਹਨਾਂ ਵਿੱਚ ਰੱਖਿਆ ਜਾਣ ਵਾਲੀਆਂ ਚੀਜ਼ਾਂ ਬਹੁਤ ਕੀਮਤੀ ਸਨ। ਉਹਨਾਂ ਵਿੱਚ ਤਾਂ ਗਹਿਣੇ ਅਤੇ ਬਲੇਟਣ ਲਿਖਤਾਂ ਪੱਤਰੀਆਂ ਸੁਰੱਖਿਆ ਵਾਸਤੇ ਰੱਖ ਕੇ ਧਰਤੀ ਵਿੱਚ ਦੱਬੀਆਂ ਜਾਂਦੀਆਂ ਸਨ। ਇਹ ਆਪਣੇ ਵਿੱਚ ਕੁਝ ਨਹੀਂ ਸਨ, ਪਰ ਉਹਨਾਂ ਦੇ ਅੰਦਰ ਰੱਖੀਆਂ ਵਸਤੂਆਂ ਸਭ ਕੁਝ ਸਨ। ਸਾਡੇ ਲਈ ਵੀ ਇਹ ਸਭ ਇਸੇ ਤਰ੍ਹਾਂ ਹੀ ਹੈ। ਮਸੀਹੀ ਜੀਵਨ ਦੀ ਅਸਲੀਅਤ ਇਹੋ ਹੀ ਹੈ ਕਿ ਜੇਕਰ ਅਸੀਂ ਨਹੀਂ ਸਮਝਦੇ ਕਿ ਅਸੀਂ ਇਨਸਾਨ ਹਾਂ ਅਤੇ ਸਾਡੇ ਉੱਤੇ ਮੁਸੀਬਤ ਆ ਸਕਦੀ ਹੈ, ਤਦ ਇਸ ਜੀਵਨ ਵਿੱਚ ਸਭ ਪ੍ਰਕਾਰ ਦੀਆਂ ਮੁਸੀਬਤਾਂ ਆਉਂਦੀਆਂ ਹਨ। ਫਿਰ ਅਸੀਂ ਨਹੀਂ ਜਾਣਦੇ ਹੁੰਦੇ ਕਿ ਕੀ ਕੀਤਾ ਜਾਵੇ। ਕਿੰਨੇ ਲੋਕ ਹਨ ਜੋ ਮੁਸੀਬਤ ਦੁਆਰਾ ਹੈਰਾਨ ਹੁੰਦੇ ਹਨ, ਅਤੇ ਵਿਸ਼ਵਾਸੀਆਂ ਵਜੋਂ ਉਹਨਾਂ ਨੂੰ ਜ਼ਿੰਦਗੀ ਭਰ ਇਹ ਸਿਖਾਇਆ ਜਾਂਦਾ ਹੈ ਕਿ ਜੇਕਰ ਆਪ ਇੱਕ ਮਸੀਹ ਹੋ ਜਾਵੋਗੇ, ਤਦ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਕਿ ਕਦੇ ਕਿਸੇ ਨੇ ਆਪ ਨੂੰ ਇਹ ਆਖਿਆ ਹੈ? ਜੀ ਹਾਂ, ਸਾਰਿਆਂ ਵਿੱਚੋਂ ਜ਼ਿਆਦਾਤਰ ਜਾਣਦੇ ਹਨ ਕਿ ਜਦੋਂ ਆਪ ਇੱਕ ਮਸੀਹ ਹੁੰਦੇ ਹੋ, ਤਦ ਆਪ ਲਈ ਕੁਝ ਇਹੋ ਜਿਹੀਆਂ ਸਮੱਸਿਆ ਖੜੀਆਂ ਹੋ ਜਾਂਦੀਆਂ ਹਨ ਜੋ ਆਪ ਲਈ ਪਹਿਲਾਂ ਨਹੀਂ ਹੁੰਦੀਆਂ। ਕੀ ਇਹ ਸੱਚ ਨਹੀਂ ਹੈ? ਕਿਉਂਕਿ ਹੁਣ ਆਪ ਦੇ ਅੰਦਰ ਪਵਿੱਤਰ ਆਤਮਾ ਆ ਕੇ ਵਾਸ ਕਰਦਾ ਹੈ, ਅਤੇ ਤੁਹਾਡੇ ਪੁਰਾਣੇ ਅਤੇ ਨਵੇਂ ਸੁਭਾਅ ਦੇ ਅੰਦਰ ਇੱਕ ਯੁੱਧ ਹੁੰਦਾ ਹੈ। ਅਤੇ ਪੌਲੁਸ ਤਾਂ ਬਾਈਬਲ ਬਾਣੀ ਦੇ ਇਸ ਭਾਗ ਵਿੱਚ ਬਸ ਸਾਨੂੰ ਯਾਦ ਦਿਲਾ ਰਿਹਾ ਹੈ ਕਿ ਸਾਡੇ ਜੀਵਨ ਸਾਡੀਆਂ ਜ਼ਮੀਨੀ ਦਹੀਆਂ ਵਿੱਚ ਜੀਏ ਜਾਂਦੇ ਹਨ, ਅਤੇ ਉਹਨਾਂ ਜ਼ਮੀਨੀ ਦਹੀਆਂ ਵਿੱਚ ਅਸੀਂ ਮੁਸੀਬਤ ਦਾ ਅਨੁਭਵ ਕਰਾਂਗੇ। ਜਦੋਂ ਮੈਂ ਕੁਝ ਸਾਲ ਪਹਿਲਾਂ ਬਿਮਾਰ ਸੀ, ਤਦ ਲੋਕ ਆਖਦੇ ਸਨ, ਜੀ ਹਾਂ ਪਾਸਟਰ ਜਰਮੀਆ ਜੀ, ਤੁਸੀਂ ਇੱਕ ਪਾਸਵਾਨ ਹੋ, ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਵੀ ਬਿਮਾਰ ਹੋ ਗਏ? ਅਸਲ ਵਿੱਚ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਸੋਚਦਿਆਂ ਮਿਲਿਆ ਕਿ ਜਦੋਂ ਆਪ ਇੱਕ ਪਾਸਵਾਨ ਬਣ ਜਾਂਦੇ ਹੋ, ਤਦ ਆਪ ਨੂੰ ਪਤਾ ਹੈ ਕਿ ਜਦ ਆਪ ਨੂੰ ਇੱਕ ਪਾਸ ਮਿਲ ਜਾਂਦਾ ਹੈ, ਜੇਕਰ ਇਹ ਸੱਚ ਹੁੰਦਾ, ਤਦ ਪਾਸਵਾਨ ਭਗਤੀ ਕਰਕੇ ਮੇਰੇ ਲਈ ਬਹੁਤ ਆਸਾਨ ਹੁੰਦਾ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ, ਅਸੀਂ ਤਾਂ ਐਵੇਂ ਹੀ ਭਗਤੀ ਕਰਦੇ ਚਲੇ ਜਾਵਾਂਗੇ, ਪਰ ਆਪ ਨੂੰ ਕੋਈ ਪਾਸ ਨਹੀਂ ਮਿਲਦਾ। ਅਤੇ ਇੱਕੋ ਹੀ ਇੱਕ ਕਾਰਨ ਜਿਸ ਕਰਕੇ ਮੈਂ ਬਿਮਾਰ ਹੋਇਆ ਸੀ, ਅਤੇ ਇਹੋ ਹੀ ਹੈ, ਮੈਂ ਹਰੇਕ ਨੂੰ ਦੱਸਦਾ ਹਾਂ ਅਤੇ ਇਹ ਤਾਂ ਅਖਬਾਰ ਵਿੱਚ ਵੀ ਛਾਪਿਆ ਸੀ। ਉਹ ਇਹ ਹੈ ਕਿ ਕਿਉਂਕਿ ਮੈਂ ਇਨਸਾਨ ਹਾਂ, ਬਸ ਇਹੋ ਹੀ ਕਾਰਨ ਹੈ। ਮੈਂ ਇੱਕ ਮਨੁੱਖੀ ਹਾਲਾਤ ਵਿੱਚ ਹੁੰਦਾ ਹਾਂ, ਮਿੱਟੀ ਦਾ ਭਾਂਡਾ ਹਾਂ, ਅਤੇ ਕਦੇ-ਕਦੇ ਉਹ ਟੁੱਟ ਜਾਂਦੇ ਹਨ ਅਤੇ ਕਦੇ-ਕਦੇ ਉਹ ਤੋੜ ਦਿੱਤੇ ਜਾਂਦੇ ਹਨ। ਅਤੇ ਇਸੇ ਕਰਕੇ ਜੇਕਰ ਆਪ ਪਰਮੇਸ਼ਰ ਦੀ ਕਿਰਪਾ ਦੀ ਜ਼ਰੂਰਤ ਨੂੰ ਨਹੀਂ ਸਮਝਦੇ, ਤਦ ਆਪ ਇਸ ਦੇ ਸਰੋਤਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਪਾ ਸਕਦੇ ਜਦੋਂ ਇਸ ਦਾ ਸਮਾਂ ਆਉਂਦਾ ਹੈ। ਇਸੇ ਤਰ੍ਹਾਂ ਇਸ ਦੀ ਜ਼ਰੂਰਤ ਹੈ। ਦੂਸਰਾ ਤੀਮੋਥੇਉਸ 3:12 ਆਖਦੇ ਹਨ, ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ, ਤਦ ਉਹ ਸਤਾਏ ਜਾਣਗੇ। ਕਿ ਇਸ ਵਿੱਚ ਕੁਝ ਇਹੋ ਜਿਹਾ ਹੈ ਜਿਸ ਨੂੰ ਆਪ ਨਹੀਂ ਸਮਝਦੇ? ਜਦੋਂ ਇਹ ਇਸ ਦਾ ਵਾਪਰਦਾ ਹੈ, ਤਦ ਨਿਰਾਸ਼ ਹੋਵੋ। ਜਦੋਂ ਇਹ ਵਾਪਰਦਾ ਹੈ, ਤਦ ਹੌਸਲਾ ਨਾ ਛੱਡੋ। ਬਸ ਯਾਦ ਰੱਖੋ ਕਿ ਇਹ ਕੀ ਵਾਪਰਦਾ ਹੈ। ਹੁਣ ਪੌਲੁਸ ਆਪਣੇ ਜੀਵਨ ਵਿੱਚ ਅਨੁਭਵ ਕੀਤੀ ਇੱਕ ਖਾਸ ਮੁਸੀਬਤ ਬਾਰੇ ਦੱਸਦਾ ਹੈ। ਦੂਸਰਾ ਕਰੰਥੀਆਂ ਦੀ ਪੱਤਰੀ ਦੇ 12 ਅਧਿਆਏ ਵਿੱਚ ਆਓ ਅਤੇ ਗੌਰ ਕਰੋ। ਜਦੋਂ ਉਹ ਇਸ ਪੱਤਰੀ ਨੂੰ ਲਿਖਦਾ ਹੈ, ਤਦ ਉਹ ਬਹੁਤ ਆਲੋਚਨਾਯੋਗ ਹੋਣ ਜਾ ਰਿਹਾ ਹੈ। ਹੋ ਸਕਦਾ ਹੈ ਕਿ ਉਹ ਅੱਜ ਆਪ ਨੂੰ ਪਾਲ ਰਿਹਾ ਹੋਵੇ। ਪਰਮੇਸ਼ਰ ਆਪ ਨੂੰ ਆਸ਼ੀਸ਼ ਦੇਵੇ। ਦੋਸਤੋ, ਅਸੀਂ ਤੁਹਾਡਾ ਸਭਨਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਰੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਤੋਂ ਆਸ਼ੀਸ਼ ਪਾਈ ਹੋਏਗੀ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪੌਲੁਸ ਦੇ ਜੀਵਨ ਨੂੰ ਹੋਰ ਡੂੰਘਾਈ ਦੇ ਵਿੱਚ ਗੌਰ ਕਰ ਰਹੇ ਸੀ ਕਿ ਕਿਵੇਂ ਉਹ ਪਰਮੇਸ਼ਵਰ ਦੀ ਕਿਰਪਾ ਦੁਆਰਾ ਫੜਿਆ ਗਿਆ, ਕਿਵੇਂ ਉਸਨੇ ਮਨ ਫਿਰਾਇਆ ਅਤੇ ਕਿਸ ਤਰ੍ਹਾਂ ਉਸਨੇ ਸਾਰੇ ਸੰਸਾਰ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਅਤੇ ਉਸਦੇ ਪ੍ਰੇਮ ਦਾ ਪ੍ਰਚਾਰ ਕੀਤਾ।
ਦੋਸਤੋ, ਪੌਲੁਸ ਦਾ ਜੀਵਨ ਆਸਾਨ ਨਹੀਂ ਸੀ। ਉਹਨੇ ਬਹੁਤ ਸਾਰੀ ਵਿਪਤਾਵਾਂ ਦਾ ਸਾਹਮਣਾ ਕੀਤਾ। ਇਹਨਾਂ ਸਾਰੀ ਵਿਪਤਾਵਾਂ ਦੇ ਵਿੱਚ ਇੱਕ ਵਿਪਤਾ ਉਸਦੇ ਸਰੀਰ ਨਾਲ ਸੰਬੰਧਿਤ ਸੀ। ਪੌਲੁਸ ਕਹਿੰਦਾ ਹੈ ਕਿ ਉਹਨੇ 3 ਵਾਰੀ ਪਰਮੇਸ਼ਰ ਤੋਂ ਇਸ ਤੋਂ ਛੁਟਕਾਰੇ ਦੇ ਲਈ ਪ੍ਰਾਰਥਨਾ ਕੀਤੀ, ਪਰ ਪ੍ਰਭੂ ਨੇ ਉਹਨੂੰ ਕਿਹਾ ਕਿ ਮੇਰੀ ਕਿਰਪਾ ਹੀ ਤੇਰੇ ਲਈ ਕਾਫੀ ਹੈ। ਦੋਸਤੋ, ਜੇਕਰ ਅਸੀਂ ਪ੍ਰਭੂ ਜੀ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਹਾਂ ਤਾਂ ਉਸ ਦੀ ਕਿਰਪਾ ਸਾਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਸਾਂਭ ਕੇ ਰੱਖਣ ਦੇ ਲਈ ਕਾਫੀ ਹੈ। ਪਰਮੇਸ਼ਰ ਦੀ ਮਹਾਨ ਕਿਰਪਾ ਦੇ ਲਈ ਉਸ ਦਾ ਧੰਨਵਾਦ ਹੋਵੇ। ਆਮੀਨ। ਦੋਸਤੋ, ਹੁਣ ਸਮਾਂ ਹੋ ਗਿਆ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰੀਏ। ਹੁਣ ਸਾਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ। ਜੈ ਮਸੀਹ ਦੀ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਮੇਰੀ ਮਦਦ ਨੂੰ ਰੱਬ ਆਪ ਹੀ ਆਇਆ। ਜਿਹਨੇ ਧਰਤੀ ਆਕਾਸ਼ ਬਣਾਇਆ, ਤੇਰੇ ਪੈਰਾਂ ਨੂੰ ਦੇਵੇ ਖੁਲਾਰਾ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਤੇਰਾ ਰਾਖਾ ਨਾ ਕਦੀ ਉਂਗਲਾਵੇ, ਤੇਰਾ ਰਾਖਾ ਨਾ ਕਦੀ ਉਂਗਲਾਵੇ। ਤੇਰੇ ਰੱਬ ਨੂੰ ਨਿੰਦਰ ਵੀ ਨਾ ਆਵੇ। ਇਸਰਾਈਲ ਦੀਆਂ ਰੱਖਦਾ ਉਹ ਤਾੜਾ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।